सत श्री अकाल जी, स्वागत करते हैं ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਤੇ ਤੁਸੀਂ ਥੰਬਨੇਲ ਦੇਖ ਹੀ ਲਿਆ ਹੋਊਗਾ। ਅਸੀਂ ਅੱਜ ਪੰਜਾਬ ਦੇ ਐਗਜ਼ਿਟ ਪੋਲਸ ਤੇ ਗੱਲ ਕਰਾਂਗੇ ਕਿ ਜੋ ਪੰਜਾਬ ਦੇ ਐਗਜ਼ਿਟ ਪੋਲ ਸਾਡੇ ਟੀਵੀ ਵਾਲੇ ਰਿਫਲੈਕਟ ਕਰ ਰਹੇ ਆ ਉਹ ਕਿੰਨੇ ਕੁ ਸੱਚ ਸਾਬਤ ਹੋਣਗੇ ਜਾਂ ਉਹਨਾਂ ਦੇ ਸੱਚ ਸਾਬਤ ਹੋਣ ਦੀ ਸੰਭਾਵਨਾ ਕੀ ਹੈ। ਠੀਕ ਹੈ, ਇਹ ਵੀ ਦੇਖਾਂਗੇ ਕਿ ਉਹ ਕਿੰਨੇ ਕੁ ਸੱਚੇ ਸਾਬਤ ਹੋ ਸਕਦੇ ਆ, ਇਹਨਾਂ ਦਾ ਇਤਿਹਾਸ ਕੀ ਰਿਹਾ ਹੈ। ਉਸ ਤੋਂ ਬਿਨਾਂ ਕਾਨੂੰਨ ਐਗਜ਼ਿਟ ਪੋਲਸ ਬਾਰੇ ਕੀ ਕਹਿੰਦਾ ਹੈ ਅਸੀਂ ਇਹ ਵੀ ਸਮਝਾਂਗੇ। ਇਹ ਤਿੰਨ ਚਾਰ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਫਿਰ ਇਹਦੇ ਨਾਲ ਇੱਕ ਚੀਜ਼ ਹੋਰ ਵੀ ਸਮਝਾਂਗੇ ਕਿ ਐਗਜ਼ਿਟ ਪੋਲਸ ਜਿਹੜੇ ਆ ਇਹਨਾਂ ਨੂੰ ਕਰਨ ਦਾ ਤਰੀਕਾ ਕੀ ਹੈ। ਤਾਂ ਲਾਸਟ 'ਚ ਜਾਂਦੇ ਹੋਏ 1 ਮਿੰਟ ਅਸੀਂ ਇਹ ਵੀ ਲਾਵਾਂਗੇ ਕਿ ਸਰਕਾਰ ਜਿਹੜੀ ਮਰਜ਼ੀ ਆਵੇ ਸਾਨੂੰ ਉਹਦੇ ਤੋਂ ਉਮੀਦ ਕੀ ਹੋਣੀ ਚਾਹੀਦੀ ਹੈ। ਠੀਕ ਹੈ, ਤਾਂ ਪੰਜਾਬ ਦੇ ਐਗਜ਼ਿਟ ਪੋਲਸ ਬਾਰੇ ਜੇ ਅਸੀਂ ਸਮਝੀਏ ਥੋੜ੍ਹਾ ਜਿਹਾ ਤਾਂ ਇਹਦੇ 'ਚ 3-4 ਏਜੰਸੀਆਂ ਮੇਨ ਨੇ ਜਿਨ੍ਹਾਂ ਨੇ ਇਹ ਸਰਵੇ ਕੀਤੇ ਆ। ਠੀਕ ਆ, ਤਾਂ ਅਸਲ 'ਚ 1960 ਤੋਂ ਐਗਜ਼ਿਟ ਪੋਲਸ ਦਾ ਟ੍ਰੈਂਡ ਚੱਲ ਗਿਆ ਸੀ ਭਾਰਤ 'ਚ। ਜਦੋਂ ਭਾਰਤ 'ਚ ਦੂਜੀਆਂ ਜਾਂ ਤੀਸਰੀ ਵਾਰੀ ਚੋਣਾਂ ਹੋਣ ਜਾ ਰਹੀਆਂ ਸੀ ਨਾ, ਉਦੋਂ ਤੋਂ ਹੀ ਇਹ ਐਗਜ਼ਿਟ ਪੋਲਸ ਦਾ ਟ੍ਰੈਂਡ ਚੱਲ ਪਿਆ ਸੀ। ਦਿੱਲੀ ਦੀ ਏਜੰਸੀ ਸੀ CSDS ਜਿਹੜੀ ਕਿ ਅੱਜ ਵੀ ਐਗਜ਼ਿਟ ਪੋਲ ਕਰਦੀ ਹੈ, ਬਟ ਅੱਜ ਉਹ ਐਗਜ਼ਿਟ ਪੋਲ ਤੋਂ ਬਿਨਾਂ ਹੋਰ ਬੜੇ ਪ੍ਰਕਾਰ ਦੇ ਸਰਵੇਖਣ ਕਰਨ 'ਚ ਮੰਨੀ ਪ੍ਰਮੰਨੀ ਏਜੰਸੀ ਹੈ, ਬੜੀ ਔਥੈਂਟਿਕ ਰਿਕੋਗਨਾਈਜ਼ਡ ਰੈਪਿਊਟਡ ਏਜੰਸੀ ਹੈ। ਬਟ ਫਿਲਹਾਲ ਦੀ ਘੜੀ ਜਿਹੜੀਆਂ ਏਜੰਸੀਆਂ ਦੇ ਨਾਮ ਚੱਲ ਰਹੇ ਆ ਐਗਜ਼ਿਟ ਪੋਲ ਕਰਨ 'ਚ, ਨਿਊਜ਼ ਚੈਨਲ ਵਾਲੇ ਐਗਜ਼ਿਟ ਪੋਲ ਨਹੀਂ ਕਰਦੇ। ਨਿਊਜ਼ ਚੈਨਲ ਵਾਲੇ ਇਹ ਠੇਕਾ ਕਿਸੇ ਕੰਪਨੀ ਨੂੰ ਦਿੰਦੇ ਆ, ਜਿਵੇਂ ਨਿਊਜ਼ 24 ਨੇ ਕਾਫੀ ਫੇਮਸ ਏਜੰਸੀ ਆ ਚਣਕਿਆ ਉਹਨਾਂ ਨੂੰ ਦਿੱਤਾ ਹੈ, ABP ਨੇ ਸੀ ਵੋਟਰ ਨੂੰ ਦਿੱਤਾ ਹੈ। ਇਹਨਾਂ ਦੀ ਆਪਸ 'ਚ ਪਹਿਲਾਂ ਹੀ ਇੱਕ ਇਕੁਏਸ਼ਨ ਹੁੰਦੀ ਹੈ ਕਿ ਆਪਾਂ ਮਿਲ ਕੇ ਸਰਵੇ ਕਰਨਾ ਹੈ। ਤਾਂ ਇਸ ਵਾਰ ਦਾ ਜਿਹੜਾ ਸਰਵੇ ਆ ਉਹ ਸਾਫ਼ ਦੱਸ ਰਿਹਾ ਹੈ ਕਿ ਸਾਰੀਆਂ ਪਾਰਟੀਆਂ ਤਕਰੀਬਨ ਆਮ ਆਦਮੀ ਪਾਰਟੀ ਨੂੰ 60 ਤੋਂ ਵੱਧ ਸੀਟਾਂ ਦੇ ਰਹੀਆਂ। 60 ਸੀਟਾਂ ਦਾ ਮਤਲਬ ਸਾਫ਼ ਆ ਕਿ ਕਿਸੇ ਵੀ ਤਰੀਕੇ ਨਾਲ ਪੰਜਾਬ ਦੇ ਵਿੱਚ ਹੰਗ ਪਾਰਲੀਮੈਂਟ ਦਾ ਕੰਸੈਪਟ ਨਹੀਂ ਆ ਰਿਹਾ। ਮਤਲਬ ਜਿੰਨੀ ਉਹਨਾਂ ਨੂੰ ਫੁੱਲ ਮੈਜੋਰਟੀ ਸਰਕਾਰ ਬਣਾਉਣ ਦੀ ਚਾਹੀਦੀ ਆ ਉਹ ਸਾਰੀ ਮੈਜੋਰਟੀ ਆ ਰਹੀ ਆ। ਹੁਣ ਤੁਸੀਂ ਇਹ ਵੀ ਸੁਣਿਆ ਹੋਣਾ ਕਿ ਇੱਕ ਪੋਲੀਟੀਕਲ ਪਾਰਟੀ ਵਾਲੇ ਆਪਣੇ MLAs ਨੂੰ ਪੰਜਾਬ 'ਚੋਂ ਕਿਤੇ ਬਾਹਰ ਲੈ ਗਏ ਆ। ਠੀਕ ਆ, ਜੇ ਉਹਨਾਂ ਦੀ ਸਰਕਾਰ ਹੀ ਨਹੀਂ ਆ ਰਹੀ ਫਿਰ ਉਹ ਆਪਣੇ MLAs ਨੂੰ ਬਾਹਰ ਕਿਉਂ ਲੈ ਗਏ। ਠੀਕ ਆ, ਐਂਟੀ ਡਿਫੈਕਸ਼ਨ ਦਾ ਕੀ ਖਤਰਾ ਹੈ। ਨਾਲੇ ਇਹ ਵੀ ਕਈ ਕਹਿੰਦੇ ਆ ਕਿ ਸੁਣਨ 'ਚ ਆਇਆ ਕਿ ਜੇ ਇੱਕ MLA ਕਿਸੇ ਦੂਜੇ ਵੱਲ ਵੋਟ ਪਾ ਕੇ ਉਹਦੀ MLAਸ਼ਿਪ ਚਲੀ ਜਾਂਦੀ ਹੈ ਫਿਰ ਇੱਕ ਦੂਜੇ ਦੇ MLA ਖਰੀਦੇ ਕਿਵੇਂ ਜਾਣਗੇ। ਇਹ ਸਾਰਾ ਕੁਝ ਜਿਹੜਾ ਪੋਲੀਟਿਕਸ ਹੈ ਨਾ ਇਹ ਆਪਾਂ ਗੱਲ ਕਰਾਂਗੇ। ਬਟ ਅੱਜ ਦਾ ਜਿਹੜਾ ਮੁੱਦਾ ਮੈਂ ਜੇ ਇਸ ਵੀਡੀਓ ਨੂੰ ਤੁਸੀਂ ਵਾਕਈ ਐਪਰੀਸ਼ੀਏਟ ਕਰੋਗੇ ਤਾਂ ਫਿਰ ਅਗਲੀ ਵੀਡੀਓ ਇਸ ਮੁੱਦੇ ਤੇ ਲੈ ਕੇ ਆਵਾਂਗੇ ਕਿ ਜੇ ਪੋਲੀਟੀਕਲ ਪਾਰਟੀਆਂ ਦੇ MLA ਆਪਣੀ ਵੋਟ ਕਿਸੇ ਹੋਰ ਪਾਸੇ ਪਾ ਦੇਣ ਜਾਂ ਦੂਜੀ ਪਾਰਟੀ 'ਚ ਮਿਲ ਜਾਣ ਤਾਂ ਉਹਨਾਂ ਦੀ MLAਸ਼ਿਪ ਚਲੀ ਜਾਂਦੀ ਹੈ, ਫਿਰ ਉਹ ਇੰਨਾ ਰਿਸਕ ਲੈ ਕੇ ਵਿਕਣ ਲਈ ਤਿਆਰ ਕਿਉਂ ਹੁੰਦੇ ਆ। ਡਿਫੈਕਸ਼ਨ ਕੀ ਹੁੰਦੀ ਆ, ਐਂਟੀ ਡਿਫੈਕਸ਼ਨ ਕੀ ਹੁੰਦੀ ਹੈ। ਬਟ ਅੱਜ ਦਾ ਮੁੱਦਾ ਹੈ ਐਗਜ਼ਿਟ ਪੋਲ। ਤੇ ਸਭ ਤੋਂ ਵੱਡੀ ਗੱਲ, ਪੰਜਾਬ ਦੇ ਐਗਜ਼ਿਟ ਪੋਲ ਸੱਚੇ ਸਾਬਤ ਹੋਣਗੇ ਕਿ ਨਹੀਂ। ਆਹ ਪੰਜਾਬ ਦੇ ਐਗਜ਼ਿਟ ਪੋਲ ਆ, ਇਹ ਤਾਂ ਸਭ ਨੂੰ ਪਤਾ ਹੈ ਕਿ ਐਂ ਹੀ ਚੱਲ ਰਹੇ ਆ। ਬਟ 1960 ਦੇ ਦਹਾਕੇ ਤੋਂ ਸ਼ੁਰੂ ਹੋਏ ਸਾਡੇ ਐਗਜ਼ਿਟ ਪੋਲ, ਜਿਹੜੇ ਕਿ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਹੈ ਕਿ CSDS ਨਾਮ ਦੀ ਏਜੰਸੀ ਸੀ ਜਿਹੜੀ ਸ਼ੁਰੂ 'ਚ ਐਗਜ਼ਿਟ ਪੋਲ ਕਰਦੀ ਸੀ। ਉਸ ਤੋਂ ਬਾਅਦ ਹੁਣ ਇਹ ਐਗਜ਼ਿਟ ਪੋਲ ਹੋਰ ਕੰਪਨੀਆਂ ਕੋਲ ਚਲੇ ਗਏ ਆ। ਤਾਂ 1999 ਦੇ ਇਲੈਕਸ਼ਨਸ ਦੀ ਜੇ ਮੈਂ ਗੱਲ ਕਰਾਂ ਤਾਂ ਐਗਜ਼ਿਟ ਪੋਲਸ ਦੇ ਨਤੀਜੇ 336, 300, 329, 332 ਆਲਮੋਸਟ ਉਹੀ ਰਿਜ਼ਲਟ ਸੀਗੇ ਜਿਹੜੇ ਐਗਜ਼ਿਟ ਪੋਲ ਨੇ ਦੱਸੇ ਆ। ਠੀਕ ਆ, ਉਵੇਂ ਦੇ ਹੀ ਰਿਜ਼ਲਟ ਦੇਖਣ ਨੂੰ ਮਿਲੇ ਆ। 2004 ਜਿਹੜਾ ਸੀਗਾ ਇਹ ਬੜਾ ਤਗੜਾ ਟਰਨਿੰਗ ਪੁਆਇੰਟ ਸੀ। ਸਾਰੇ ਕਹਿ ਰਹੇ ਸੀ BJP ਆਊਗੀ, ਸਾਰੇ ਸਰਵੇ 290, 248, 250, 275 ਤੇ ਜੇ ਅਸੀਂ ਗੱਲ ਕਰੀਏ ਪਾਰਲੀਮੈਂਟ ਦੀਆਂ ਚੋਣਾਂ 'ਚ ਤਾਂ 272 MP ਚਾਹੀਦੇ ਹੁੰਦੇ ਆ। ਤਾਂ ਤੁਸੀਂ ਆਪ ਹਿਸਾਬ ਲਾ ਕੇ ਦੇਖੋ ਸਾਰਿਆਂ ਨੇ ਤਕਰੀਬਨ 272 ਦੇ ਹੀ ਦਿੱਤੇ ਸੀ। ਜੇ 250 ਏ ਤਾਂ 20-22 ਤਾਂ ਇੱਧਰੋਂ ਉੱਧਰੋਂ ਐਡਜਸਟ ਹੋ ਜਾਂਦੇ ਆ, ਬਾਹਰੋਂ ਹੀ ਸਮਰਥਨ ਦੇ ਦਿੰਦੇ ਆ। ਪਰ ਰਿਜ਼ਲਟ ਬਿਲਕੁਲ ਸ਼ੌਕਿੰਗ ਆਏ, ਕਾਂਗਰਸ ਸੱਤਾ 'ਚ ਆ ਗਈ। ਤੀਸਰੀ ਵਾਰ ਜਿਹੜਾ ਸੀਗਾ ਉਹ ਰਿਜ਼ਲਟ ਹੋਰ ਸ਼ੌਕਿੰਗ ਸੀਗਾ। ਕਾਂਗਰਸ ਨੂੰ 2009 ਦੀਆਂ ਚੋਣਾਂ 'ਚ ਵੀ ਕੋਈ ਬਹੁਤਾ ਵੱਡਾ ਐਗਜ਼ਿਟ ਪੋਲ ਨਹੀਂ ਸੀ ਦੇ ਰਹੇ, ਬਟ ਫਾਈਨਲ ਰਿਜ਼ਲਟ ਕਾਂਗਰਸ ਦੇ ਹੱਕ 'ਚ ਭੁਗਤੇ ਆ ਕੇ। ਇਹ ਐਗਜ਼ਿਟ ਪੋਲ ਜਿਹੜੇ ਆ ਗਲਤ ਸਾਬਤ ਹੋਏ। 2014 ਦੇ ਜਿਹੜੇ ਐਗਜ਼ਿਟ ਪੋਲ ਸੀਗੇ ਉਹ ਸਾਫ਼ ਉਵੇਂ ਹੀ ਆਏ ਜਿਵੇਂ ਐਗਜ਼ਿਟ ਪੋਲ ਸੀਗੇ, ਉਵੇਂ ਦਾ ਹੀ ਰਿਜ਼ਲਟ ਆਇਆ। ਹਾਂ, ਇੰਨਾ ਸੀ ਕਿ ਸਾਰੇ BJP ਨੂੰ 300 ਦੇ ਨੇੜੇ ਸੀਟਾਂ ਦੇ ਰਹੇ ਸੀਗੇ, ਬਟ ਕਿਸੇ ਨੇ ਵੀ 300, 350 ਤੋਂ ਵੱਧ ਸੀਟ ਨਹੀਂ ਦਿੱਤੀ। ਬਟ
ਤਕਰੀਬਨ ਇਹ ਸਭ ਨੇ ਮੰਨ ਲਿਆ ਸੀ ਕਿ ਮੋਦੀ ਦੀ ਸਰਕਾਰ ਆਉਣ ਵਾਲੀ ਆ, ਠੀਕ ਆ। ਤਾਂ 336 ਸੀਟਾਂ, ਚਣੱਕਿਆ ਦਾ ਰਿਜ਼ਲਟ ਸਭ ਤੋਂ ਨੇੜੇ ਮੰਨਿਆ ਗਿਆ ਸੀਗਾ। ਜਿਹੜਾ ਸੀ ਵੋਟਰ ਦਾ ਸਰਵੇ ਸੀਗਾ, ਠੀਕ ਆ, ਉਹ 290 ਸੀਟਾਂ ਦਾ ਸੀਗਾ। ਤਾਂ ਕੁੱਲ ਮਿਲਾ ਕੇ ਇਹ ਸਾਰੇ ਸਰਵੇ ਸਾਡੇ ਇਤਿਹਾਸ ਬਾਰੇ ਦੱਸਦੇ ਆ। 99, 4, 9, 14 ਤੇ 19 ਦਾ ਸਰਵੇ ਵੀ ਬਿਲਕੁਲ ਸਹੀ ਰਿਹਾ। ਬਟ ਇਸ ਤੋਂ ਬਿਨਾ ਜਿਹੜੀਆਂ ਵਿੱਚ ਵਿਧਾਨ ਸਭਾ ਦੀਆਂ ਵੋਟਾਂ ਪਈਆਂ ਸੀਗੀਆਂ, ਬਿਹਾਰ ਦੇ ਇਲੈਕਸ਼ਨ 2014 ਚ ਹੁੰਦੇ ਆ, ਅਕਤੂਬਰ 2014 ਚ ਰਿਜ਼ਲਟ ਬਿਲਕੁਲ ਪਲਟ ਗਏ। 2021 ਚ ਬੰਗਾਲ ਦੇ ਇਲੈਕਸ਼ਨ ਹੁੰਦੇ ਆ, ਰਿਜ਼ਲਟ ਬਿਲਕੁਲ ਐਗਜ਼ਿਟ ਪੋਲ ਤੋਂ ਅੱਡ ਆਏ। ਤੇ ਉਸ ਤੋਂ ਬਾਅਦ 2017, ਭੁੱਲਿਆ ਨਹੀਂ ਹੋਣਾ ਸਾਰਿਆਂ ਨੂੰ, ਇਹ 2017 ਦੇ ਐਗਜ਼ਿਟ ਪੋਲ ਦਾ ਸਰਵੇ ਆ। 2017 ਚ ਸੀ ਵੋਟਰ ਆਮ ਆਦਮੀ ਪਾਰਟੀ ਨੂੰ 63 ਸੀਟਾਂ ਦੇ ਰਿਹਾ ਸੀ, ਚਣੱਕਿਆ 45 ਤੋਂ ਲੈ ਕੇ 63 ਸੀਟਾਂ ਦੇ ਰਿਹਾ ਸੀਗਾ, ਇੰਡੀਆ ਐਗਜ਼ਿਟ 42 ਤੋਂ ਲੈ ਕੇ 51 ਤੱਕ ਸੀਟਾਂ ਦੇ ਰਿਹਾ ਸੀ, MRC 55 ਸੀਟਾਂ ਦੇ ਰਿਹਾ ਸੀ, CSDS 36 ਤੋਂ 46 ਸੀਟਾਂ ਦੇ ਰਿਹਾ ਸੀ। ਪਰ ਰਿਜ਼ਲਟ ਬਿਲਕੁਲ ਇਸ ਤੋਂ ਉਲਟ ਆਏ। ਆਮ ਆਦਮੀ ਪਾਰਟੀ ਸਿਰਫ 20 ਕੁ ਸੀਟਾਂ ਤੇ ਰਹਿ ਗਿਆ। ਇਹ 2017 ਦਾ ਐਗਜ਼ਿਟ ਪੋਲ ਆ। ਤਾਂ ਇਹ ਗੱਲ ਤਾਂ ਥੋੜੀ ਸਾਫ਼ ਤੇ ਸਪਸ਼ਟ ਹੋ ਗਈ ਕਿ ਐਗਜ਼ਿਟ ਪੋਲਸ ਦਾ ਟਰੈਕ ਰਿਕਾਰਡ ਆ ਜਿਹੜਾ, ਉਹ ਪਾਰਲੀਮੈਂਟ ਦੀਆਂ ਚੋਣਾਂ 'ਚ ਤਾਂ ਸਹੀ ਰਿਹਾ ਏ, 2 ਵਾਰ ਸਹੀ ਰਿਹਾ, 2 ਵਾਰ ਗਲਤ ਰਿਹਾ। ਵਿਧਾਨ ਸਭਾ ਦੀਆਂ ਚੋਣਾਂ ਵੇਲੇ ਮੈਂ ਤੁਹਾਨੂੰ ਬੰਗਾਲ ਦੀ ਐਗਜ਼ਾਮਪਲ ਦੇਤੀ ਆ, ਬਿਹਾਰ ਦੀ ਐਗਜ਼ਾਮਪਲ ਦੇਤੀ ਆ, ਤੇ 2017 ਦੇ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਐਗਜ਼ਾਮਪਲ ਦੇਤੀ ਆ। ਰਿਜ਼ਲਟ ਬਿਲਕੁਲ ਉਲਟ ਆਇਆ ਐਗਜ਼ਿਟ ਪੋਲ ਤੋਂ। ਸੋ ਇਹ ਇੱਕ ਇਤਿਹਾਸ ਰਿਹਾ ਹੈ ਐਗਜ਼ਿਟ ਪੋਲ ਦਾ। ਹੁਣ ਆਖਰ ਇਹ ਐਗਜ਼ਿਟ ਪੋਲ ਹੁੰਦਾ ਕੀ ਹੈ, ਜੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਦੇਖੋ, ਐਗਜ਼ਿਟ ਪੋਲ ਬਾਰੇ ਜਿਹੜੀ ਗੱਲ ਕਹੀ ਜਾਂਦੀ ਹੈ ਕਿ ਜਦੋਂ ਤੁਸੀਂ ਵੋਟ ਪਾ ਕੇ ਬਾਹਰ ਆਏ ਤਾਂ ਬਾਹਰ ਤੁਹਾਡੇ ਤੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਈ ਹੈ। ਜੋ ਤੁਸੀਂ ਦੱਸਿਆ ਉਹਨੂੰ ਸੱਚ ਮੰਨ ਕੇ ਸਰਵੇ 'ਚ ਇਨਕਲੂਡ ਕਰ ਲਿਆ ਜਾਂਦਾ ਹੈ। ਪੰਜਾਬ ਦੀਆਂ 117 ਵਿਧਾਨ ਸਭਾ, ਉੱਥੇ 117 ਵਿਧਾਨ ਸਭਾ 'ਚ ਜਾ ਕੇ ਵੱਖ-ਵੱਖ ਵਰਗ ਦੇ ਲੋਕਾਂ ਨੂੰ, ਅਮੀਰ, ਗਰੀਬ, ਠੀਕ ਆ, ਲੇਡੀਜ਼, ਜੈਂਟਸ, ਠੀਕ ਆ, ਤੇ ਪੜ੍ਹਿਆ ਲਿਖਿਆ, ਵੈਲ ਡਰੈਸ ਅਪ, ਇੱਕ ਨਾਰਮਲੀ ਡਰੈਸ ਅਪ, ਹਰ ਪ੍ਰਕਾਰ ਦੇ ਬੰਦੇ ਨੂੰ ਚੁਣਿਆ ਜਾਂਦਾ ਹੈ ਤਾਂ ਜੋ ਪਤਾ ਲੱਗੇ ਕਿ ਇਸ ਟਾਈਪ ਦਾ ਜਿਹੜਾ ਸ਼ਖਸ ਵੋਟ ਪਾ ਕੇ ਆਇਆ ਹੈ, ਇਹਦੇ ਵਰਗੇ ਬਾਕੀਆਂ ਨੇ ਵੋਟ ਕਿਵੇਂ ਪਾਈ ਹੋਊਗੀ। ਥੋੜੇ ਜਿਹੇ ਜਾਣਿਆਂ ਦਾ ਸੈਂਪਲ ਇੱਕ ਹਲਕੇ ਚੋਂ ਲਿਆ ਜਾਂਦਾ ਹੈ, 500, 1000, 1200, 2000, 4000, ਇੱਥੋਂ ਤੱਕ ਕਿ ਇਹ ਕੰਪਨੀਆਂ ਇਹ ਵੀ ਨਹੀਂ ਦੱਸਦੀਆਂ ਕਿ ਅਸੀਂ ਕਿੰਨੇ ਜਾਣਿਆਂ ਦਾ ਸੈਂਪਲ ਲਿਆ ਹੈ। ਇਹ ਹੁੰਦਾ ਹੈ ਐਗਜ਼ਿਟ ਪੋਲ। ਐਗਜ਼ਿਟ ਪੋਲ ਵੋਟਾਂ ਤੋਂ ਬਾਅਦ ਕਰ ਲਿਆ ਜਾਂਦਾ ਹੈ ਤੇ ਨਾਲ ਦੀ ਨਾਲ ਉਹ ਅਨਾਉਂਸ ਕਰ ਦਿੱਤਾ ਜਾਂਦਾ ਹੈ, ਠੀਕ ਹੈ। ਤਾਂ ਐਗਜ਼ਿਟ ਪੋਲ ਸਿਰਫ ਇਸ ਕਰਕੇ ਕੱਢਿਆ ਜਾਂਦਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੀ ਪਾਰਟੀ ਦੀ ਸਰਕਾਰ ਆ ਰਹੀ ਹੈ। ਵੋਟਾਂ ਤੋਂ ਬਾਅਦ ਤੇ ਇਲੈਕਸ਼ਨਸ ਦੇ ਰਿਜ਼ਲਟ ਤੋਂ ਪਹਿਲਾਂ ਮਾਹੌਲ ਬਣਾਉਣ ਵਾਸਤੇ, ਜਾਂ ਇੱਕ ਜਾਣਕਾਰੀ ਇਕੱਠੀ ਕਰਨ ਵਾਸਤੇ, ਜਾਂ ਮੈਨੂੰ ਕੋਈ ਡਾਇਰੈਕਟ ਪੁੱਛੇ ਨਾ ਕਿ ਕਿਹਨਾਂ ਦੇ ਕੰਮ ਆਉਂਦਾ ਹੈ, ਐਗਜ਼ਿਟ ਪੋਲ ਕੰਮ ਆਉਂਦਾ ਹੈ ਅਫਸਰਸ਼ਾਹੀ ਦੇ, ਬਿਊਰੋਕ੍ਰੇਸੀ ਦੇ, ਕਿਉਂਕਿ ਉਹਨਾਂ ਨੂੰ ਵੋਟਾਂ ਤੋਂ ਜਸਟ ਬਾਅਦ ਤੇ ਰਿਜ਼ਲਟ ਤੋਂ ਜਸਟ ਪਹਿਲਾਂ ਇੰਨਾ ਸਮਝ ਆ ਜਾਂਦਾ ਕਿ ਕਿਹੜੀ ਪਾਰਟੀ ਦੀ ਸਰਕਾਰ ਆ ਰਹੀ ਹੈ, ਫਿਰ ਉਸ ਪਾਰਟੀ 'ਚੋਂ ਕਿਹੜੇ MLA ਮੰਤਰੀ ਬਣਨਗੇ, ਕਿੰਨਾਂ ਦੇ ਨੇੜੇ ਹੋ ਕੇ ਸਾਨੂੰ ਵੱਧ ਫਾਇਦਾ ਹੈ। ਇਹ ਆਮ ਜਿਹਾ ਫਰਕ ਜਿਹੜੀ ਗੱਲ ਆ। ਇਸ ਤੋਂ ਬਿਨਾਂ ਇੱਕ ਹੋਰ ਵੀ ਹੁੰਦਾ ਹੈ ਓਪੀਨੀਅਨ ਪੋਲ। ਓਪੀਨੀਅਨ ਪੋਲ ਜਿਹੜਾ ਹੈ ਉਹ ਚੋਣਾਂ ਤੋਂ ਪਹਿਲਾਂ ਕਰਿਆ ਜਾਂਦਾ ਹੈ, ਉਹ ਇਲੈਕਸ਼ਨਸ ਤੋਂ ਪਹਿਲਾਂ ਹੁੰਦਾ ਹੈ। ਵੈਸੇ ਜੇ ਕੋਈ ਮੈਨੂੰ ਪੁੱਛੇ ਕਿ ਤਕਨੀਕੀ ਤੌਰ ਤੇ ਓਪੀਨੀਅਨ ਪੋਲ ਕਿਉਂ ਕੀਤਾ ਜਾਂਦਾ ਹੈ, ਉਹ ਇਸ ਕਰਕੇ ਹੁੰਦਾ, ਲੋਕਾਂ ਨੂੰ ਪਹਿਲਾਂ ਹੀ ਲੋਕਾਂ ਦੇ ਮੂਡ ਨੂੰ ਪਰਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਵੋਟਾਂ ਕਿਹਨੂੰ ਪਾਓਗੇ, ਠੀਕ ਹੈ ਜੀ। ਫਿਰ ਉਹ ਲੋਕਾਂ ਨੂੰ ਇਲੈਕਸ਼ਨਸ ਤੋਂ ਪਹਿਲਾਂ ਦੱਸਦੇ ਆ ਕਿ ਬਈ ਇਸ ਪਾਰਟੀ ਨੂੰ ਇਸ ਵਾਰੀ ਇੰਨੀਆਂ ਵੋਟਾਂ ਪੈ ਰਹੀਆਂ, ਇਸ ਪਾਰਟੀ ਨੂੰ ਇੰਨੀਆਂ। ਹੁਣ ਮੇਰੇ ਵਰਗੇ ਬੰਦੇ ਨੇ ਜਿੰਨੇ ਇਲੈਕਸ਼ਨਸ ਦਾ ਕੋਈ ਇੰਟਰਸਟ ਹੀ ਹੈ ਨਹੀਂ, ਫਿਰ ਉਹ ਕੀ ਕਰਦਾ ਹੈ, ਓਪੀਨੀਅਨ ਪੋਲ ਦੇਖ ਕੇ ਆਪਣਾ ਮਨ ਬਣਾ ਲੈਂਦਾ ਹੈ ਕਿ ਚਲੋ ਸਾਰੇ ਉੱਧਰ ਪਾ ਰਿਹਾ, ਮੈਂ ਵੀ ਉੱਧਰ ਪਾ ਦੂੰਗਾ। ਓਪੀਨੀਅਨ ਪੋਲ ਇਲੈਕਸ਼ਨਸ ਹੋਣ ਤੋਂ ਪਹਿਲਾਂ ਹੁੰਦਾ ਹੈ, ਐਗਜ਼ਿਟ ਪੋਲ ਇਲੈਕਸ਼ਨ ਵਾਲੇ ਦਿਨ ਪੜਿਆ ਜਾਂਦਾ ਹੈ, ਉਸ ਤੋਂ ਬਾਅਦ ਹੁੰਦਾ ਹੈ। ਇਹ ਦੋ ਮੇਜਰ ਫਰਕ ਆ ਓਪੀਨੀਅਨ ਪੋਲ ਤੇ ਐਗਜ਼ਿਟ ਪੋਲ 'ਚ, ਠੀਕ ਆ। ਹੁਣ ਅਕਸਰ ਸਭ ਤੋਂ ਵੱਡੀ ਗੱਲ, ਇਹ ਪੋਲਸ ਫੇਲ ਕਿਉਂ ਹੁੰਦੇ ਆ, ਇਹ ਐਗਜ਼ਿਟ ਪੋਲ ਜਾਂ ਓਪੀਨੀਅਨ ਪੋਲ ਫੇਲ ਕਿਉਂ ਹੁੰਦੇ ਆ। ਇਹਨਾਂ ਦੇ ਫੇਲ ਹੋਣ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਆ ਕਿ ਸਾਡੇ ਸੰਵਿਧਾਨ ਦਾ ਜਿਹੜਾ ਅਨੁਛੇਦ 326 ਹੈ ਨਾ, ਆਰਟੀਕਲ 326, ਉਹ ਸਾਨੂੰ ਇਹ ਕਹਿੰਦਾ ਹੈ ਕਿ ਹਰ ਬੰਦਾ ਆਪਣੇ ਮਤ ਦਾ ਉਪਯੋਗ ਗੁਪਤ ਤਰੀਕੇ ਨਾਲ ਕਰੂਗਾ।
ਤਾਂ ਇਹਦਾ ਮਤਲਬ ਇਹ ਗੱਲ ਤਾਂ ਬੜੀ ਕਲੀਅਰ ਆ ਕਿ ਬਹੁਤੇ ਲੋਕ ਜਦੋਂ ਬਾਹਰ ਆਉਂਦੇ ਆ ਤੇ ਜਦੋਂ ਉਹਨਾਂ ਨੂੰ ਕੋਈ ਸਰਵੇ ਵਾਲਾ ਪੁੱਛਦਾ ਹੈ ਜਿਹੜਾ ਕਿ ਉਹਨਾਂ ਦੀ ਜਾਣ ਪਛਾਣ ਦਾ ਨਹੀਂਗਾ, ਉਹ ਆ ਕੇ ਪੁੱਛਦਾ ਕਿ ਕਿਹੜੀ ਪਾਰਟੀ ਨੂੰ ਵੋਟ ਪਾਈ ਆ, ਤਾਂ ਤੁਸੀਂ ਮੰਨ ਕੇ ਚੱਲੋ ਬਹੁਤੇ ਲੋਕ ਦੱਸਦੇ ਨਹੀਂ। ਦੂਜੀ ਗੱਲ, ਸਿਰਫ ਉਹੀ ਲੋਕ ਦੱਸਦੇ ਆ ਜ਼ਿਆਦਾ ਜਿਹੜੀ ਪਾਰਟੀ ਦੀ ਉਸ ਇਲਾਕੇ 'ਚ ਜਾਂ ਉਸ ਸੂਬੇ 'ਚ ਹਵਾ ਬਣੀ ਆ। ਇਸ ਵਾਰ ਵੀ ਤੁਹਾਨੂੰ ਪਤਾ ਹੀ ਆ ਕਿ ਇੱਕ ਅੱਧੀ ਪਾਰਟੀ ਦੀ ਹਵਾ ਬਣੀ ਹੋਈ ਆ, ਬਾਕੀ ਪਾਰਟੀਆਂ ਦੇ ਜਿਹੜੇ ਲੋਕ ਉਹਨਾਂ ਨੂੰ ਵੋਟਾਂ ਪਾ ਕੇ ਆਏ ਆ ਉਹ ਇਸ ਵਾਰ ਸਾਇਲੈਂਟ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਕੋਈ ਨਾ ਕੋਈ ਬਦਨਾਮੀ ਜੁੜੀ ਹੋਈ ਆ। ਇਸ ਕਰਕੇ ਅਸੀਂ ਵੋਟ ਤਾਂ ਇਸੇ ਪਾਰਟੀ ਨੂੰ ਪਾਵਾਂਗੇ ਕਿਉਂਕਿ ਇਹਦੇ MLA ਨੇ, ਇਹਦੇ MP ਜਾਂ ਇਹਦੇ ਲੋਕ ਵਰਕਰ ਸਾਡੇ ਨਾਲ ਖੜੇ ਆ। ਪਰ ਉਹ ਸ਼ਰਮ ਆਉਂਦੀ ਉਹਨਾਂ ਨੂੰ ਕਿ ਹਾਂ ਸਾਨੂੰ ਕੀ ਕਹਿਣਗੇ, ਤੁਸੀਂ ਉਸ ਪਾਰਟੀ ਨੂੰ ਵੋਟ ਕਿਉਂ ਨਹੀਂ ਪਾਈ। ਇਸ ਕਰਕੇ ਜ਼ਿਆਦਾਤਰ ਐਗਜ਼ਿਟ ਪੋਲ ਦੇ ਵਿੱਚ ਉਸੇ ਹੀ ਪਾਰਟੀ ਦੇ ਵਾਲੇ ਲੋਕ ਜਿਹੜੇ ਆ ਉਹ ਜ਼ਿਆਦਾ ਕੰਟਰੀਬਿਊਟ ਕਰਦੇ ਆ ਜਿਹੜੀ ਪਾਰਟੀ ਦੀ ਜਾਂ ਤਾਂ ਹਵਾ ਬਣੀ ਹੁੰਦੀ ਆ ਜਾਂ ਜਿਹੜੀ ਪਾਰਟੀ ਦਾ ਦਬਦਬਾ ਹੁੰਦਾ ਹੈ ਜਾਂ ਜਿਹੜੀ ਸੱਤਾ ਦੇ ਵਿੱਚ ਪਾਰਟੀ ਹੁੰਦੀ ਆ ਤੇ ਉਹਨੇ ਇੰਨਾ ਡਰ ਦਾ ਮਾਹੌਲ ਬਣਾਇਆ ਹੁੰਦਾ ਹੈ ਕਿ ਉਸ ਪਾਰਟੀ ਤੋਂ ਉਲਟ ਪਾਰਟੀ ਵਾਲੇ ਲੋਕ ਡਰਦੇ ਦੱਸਦੇ ਹੀ ਨਹੀਂ। ਤਾਂ ਐਗਜ਼ਿਟ ਪੋਲ ਦੇ ਰਿਜ਼ਲਟ ਇੱਕ ਤਾਂ ਇਸ ਕਰਕੇ ਫੇਲ ਹੁੰਦੇ ਆ। ਦੂਜੀ ਗੱਲ, ਬਹੁਤ ਘੱਟ ਤਨਖਾਹ ਦੇ ਕੇ ਜਦੋਂ ਤੁਸੀਂ ਮੁਲਾਜ਼ਮ ਨੂੰ ਭੇਜੋਗੇ ਕਿ ਜਾ ਕੇ 20 ਪਿੰਡਾਂ ਦਾ ਸਰਵੇ ਕਰਕੇ ਆ, ਉਹ 20 ਪਿੰਡਾਂ ਦਾ ਸਰਵੇ ਨਹੀਂ ਕਰਕੇ ਆਊਗਾ, ਉਹ ਆਪਣੇ ਘਰੇ ਜਾਊਗਾ, ਉੱਥੇ ਬਹਿ ਕੇ ਹੀ ਫਾਈਲ ਕੰਪਲੀਟ ਕਰਕੇ ਆਪਣੇ ਦਫ਼ਤਰ ਜਮ੍ਹਾਂ ਕਰਾ ਦਊਗਾ। ਐਗਜ਼ਿਟ ਪੋਲ ਦੇ ਦੂਜੇ ਫੇਲ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਆ ਜਿਹਦੇ ਤੱਕ ਨਹੀਂ ਪਹੁੰਚ ਰਹੀਆਂ ਇਹ ਏਜੰਸੀਆਂ ਕਿ ਜਿਹੜੇ ਲੋਕਾਂ ਨੂੰ ਅਸੀਂ ਹਾਇਰ ਕਰਦੇ ਆ ਨਾ ਐਗਜ਼ਿਟ ਪੋਲ ਕਰਨ ਵਾਸਤੇ, ਉਹ ਬਹੁਤੀਆਂ ਫਾਈਲਾਂ ਤਾਂ ਆਪਣੇ ਪਿੰਡ 'ਚ ਬੈਠ ਕੇ ਕਿ ਹਾਂ ਫਲਾਣੇ ਪਿੰਡ 'ਚ ਕਿੱਧਰ ਵੋਟ ਪੈ ਰਹੀ ਆ, ਵੋਟ ਉੱਧਰ ਪਵੇ ਚਾਹੇ ਨਾ ਪਵੇ ਇਹ ਨਹੀਂ ਪਤਾ, ਬਟ ਉਹ ਉਵੇਂ ਹੀ ਪੂਰਾ ਕਰ ਦਿੰਦੇ ਆ। ਇਹ ਦੂਸਰੀ ਗੱਲ ਹੋ ਗਈ ਐਗਜ਼ਿਟ ਪੋਲ ਦੇ ਫੇਲ ਹੋਣ ਦੀ। ਹੁਣ ਅਗਲਾ ਸਵਾਲ ਕਿ ਐਗਜ਼ਿਟ ਪੋਲ ਤੇ ਓਪੀਨੀਅਨ ਪੋਲ ਜਿਹੜਾ ਹੈ ਇਹ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕੀ ਹੁੰਦਾ ਹੈ। ਹੁਣ ਅਗਲੀ ਗੱਲ ਆਪਣੇ ਕੋਲ ਆ ਗਈ ਕਿ ਸਾਡਾ ਇਲੈਕਸ਼ਨ ਕਮਿਸ਼ਨ ਹੈ ਜਿਹੜਾ ਉਹ ਐਗਜ਼ਿਟ ਪੋਲ ਨੂੰ ਲੈ ਕੇ ਤੇ ਓਪੀਨੀਅਨ ਪੋਲ ਨੂੰ ਲੈ ਕੇ ਕੀ ਕਹਿੰਦਾ ਹੈ, ਤੇ ਅੱਜ ਦਾ ਐਗਜ਼ਿਟ ਪੋਲ ਤੇ ਓਪੀਨੀਅਨ ਪੋਲ ਦਾ ਸਟੇਟਸ ਕੀ ਹੈ। ਦੇਖੋ, ਭਾਰਤ ਦੇ ਵਿੱਚ ਇੱਕ ਕਾਨੂੰਨ ਆ ਰਿਪਰੈਜ਼ੈਂਟੇਟਿਵਸ ਆਫ ਪੀਪਲਸ ਐਕਟ, ਠੀਕ ਆ, ਭਾਰਤ ਦੇ ਨੁਮਾਇੰਦੇ ਚੁਣਨ ਦਾ ਕਾਨੂੰਨ, ਇਹ 1951 ਚ ਬਣਿਆ ਸੀ। ਇਸ ਕਾਨੂੰਨ ਦੇ ਵਿੱਚ ਇੱਕ ਧਾਰਾ ਹੈ, ਧਾਰਾ 126A, ਜਿਹਦੇ ਤਹਿਤ ਇਹ ਸਾਫ਼ ਕਿਹਾ ਗਿਆ ਹੈ ਕਿ ਇਲੈਕਸ਼ਨਸ ਨਾਲ ਸੰਬੰਧਿਤ ਕੋਈ ਵੀ ਇਹੋ ਜਿਹੀ ਚੀਜ਼ ਟੀਵੀ ਤੇ, ਅਖਬਾਰ 'ਚ ਜਾਂ ਕਿਸੇ ਵੀ ਪ੍ਰਿੰਟ ਜਾਂ ਮੀਡੀਆ ਤੇ ਨਹੀਂ ਦਿਖਾਈ ਜਾਊਗੀ ਜਿਹੜੀ ਇਲੈਕਸ਼ਨਸ ਦੇ ਪ੍ਰੋਸੈਸ ਨੂੰ ਜਾਂ ਇਲੈਕਸ਼ਨਸ ਦੇ ਕੰਮ ਨੂੰ ਪ੍ਰਭਾਵਿਤ ਕਰੇ। ਤਾਂ ਐਗਜ਼ਿਟ ਪੋਲ ਨੂੰ ਉਹਦੇ ਚੋਂ ਹੀ ਇੱਕ ਚੀਜ਼ ਮੰਨਿਆ ਗਿਆ ਹੈ। ਇਟ ਮੀਨਸ ਇਹ ਗੱਲ ਬੜੀ ਕਲੀਅਰ ਆ ਕਿ ਜੇ ਸਪੋਜ਼ ਕਰੋ 4 ਜਨਵਰੀ ਤੋਂ ਲੈ ਕੇ 4 ਫਰਵਰੀ ਤੋਂ ਲੈ ਕੇ 7 ਮਾਰਚ ਤੱਕ ਵੋਟਾਂ ਪੈਣੀਆਂ ਹੈ ਨਾ, ਤਾਂ ਇੱਕ ਚਰਨ ਦੀਆਂ ਵੋਟਾਂ ਤੇ 4 ਫਰਵਰੀ ਨੂੰ ਪੈ ਗਈਆਂ, ਦੂਜੇ ਦੀਆਂ 14 ਫਰਵਰੀ ਨੂੰ, ਤੀਜੇ ਦੀਆਂ 24 ਫਰਵਰੀ ਨੂੰ, ਅਗਲੇ ਦੀਆਂ 4 ਮਾਰਚ ਨੂੰ ਤੇ ਅਗਲੇ ਦੀਆਂ 7 ਮਾਰਚ ਨੂੰ। ਤਾਂ ਜਿਨ੍ਹਾਂ ਦਾ 4 ਮਾਰਚ ਨੂੰ ਵੋਟਾਂ ਪੈ ਗਈਆਂ ਉਹਨਾਂ ਦਾ ਐਗਜ਼ਿਟ ਪੋਲ ਤਾਂ ਉੱਥੇ ਹੀ ਨੋਟ ਕਰ ਲਿਆ ਉਹਨਾਂ ਨੇ, ਬਟ ਉਹ ਸ਼ੋਅ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਸ ਪਹਿਲੇ ਚਰਨ ਦੀਆਂ ਵੋਟਾਂ ਦਾ ਜਿਹੜਾ ਐਗਜ਼ਿਟ ਪੋਲ ਆ ਉਹ ਜਿਨ੍ਹਾਂ ਨੇ ਦੂਜੇ ਚਰਨ 'ਚ ਵੋਟਾਂ ਪਾਉਣੀਆਂ 14 ਫੈਬ ਵਾਲੀਆਂ ਵੋਟਾਂ ਪਾਉਣੀਆਂ ਹੈ ਉਹਨਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੀ ਆ, ਉਹਨਾਂ ਦੀ ਸੋਚ ਨੂੰ ਪ੍ਰਭਾਵਿਤ ਕਰ ਸਕਦੀ ਆ, ਉਹਨਾਂ ਵਾਸਤੇ ਉਹ ਇੱਕ ਨਵਾਂ ਓਪੀਨੀਅਨ ਜਨਰੇਟ ਕਰ ਸਕਦੀ ਆ। ਇਸ ਕਰਕੇ ਭਾਰਤ ਦਾ ਜਿਹੜਾ RPA ਐਕਟ ਆ ਉਹਦੇ 'ਚ ਇਲੈਕਸ਼ਨ ਕਮਿਸ਼ਨ ਨੇ 126A ਨਾਮ ਦੀ ਧਾਰਾ 'ਚ ਸੈਕਸ਼ਨ 126A 'ਚ ਸਾਫ਼ ਲਿਖਿਆ ਹੈ ਕਿ ਜਦੋਂ ਤੱਕ ਸਾਰੇ ਚਰਨਾਂ ਦੀਆਂ ਵੋਟਾਂ ਖਤਮ ਨਹੀਂ ਹੁੰਦੀਆਂ ਉਤੋਂ ਤੱਕ ਤੁਸੀਂ ਇਹ ਨਹੀਂ ਦਿਖਾ ਸਕਦੇ, ਐਗਜ਼ਿਟ ਪੋਲ ਨਹੀਂ ਦਿਖਾ ਸਕਦੇ, ਚਾਹੇ ਉਹ ਪਹਿਲੇ ਚਰਨ ਦੇ ਆ, ਚਾਹੇ ਦੂਜੀ ਸਟੇਜ ਦੇ ਆ, ਚਾਹੇ ਤੀਸਰੀ ਸਟੇਜ ਦੇ ਆ। ਇਸ ਕਰਕੇ ਜਦੋਂ 7 ਮਾਰਚ ਨੂੰ 5 ਵਜੇ ਵੋਟਾਂ ਖਤਮ ਹੋਈਆਂ ਤਾਂ 5:15 ਵਜੇ ਸਾਰੇ ਨਿਊਜ਼ ਚੈਨਲਸ, ਅਖਬਾਰਾਂ, TV ਨੂੰ ਇਹ ਪਰਮਿਸ਼ਨ ਮਿਲੀ ਇਹ ਦਿਖਾਉਣ ਦੀ, ਠੀਕ ਹੈ ਜੀ। ਓਪੀਨੀਅਨ ਪੋਲ ਜਿਹੜਾ ਹੈ ਉਹ ਵੋਟਾਂ ਤੋਂ ਪਹਿਲਾਂ ਹੀ ਹੁੰਦਾ ਹੈ, ਠੀਕ ਆ, ਉਹਦਾ ਵੋਟਾਂ ਨਾਲ ਕੋਈ ਸੰਬੰਧ ਨਹੀਂ ਹੁੰਦਾ। ਇਸ ਕਰਕੇ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਉਹਨੇ ਓਪੀਨੀਅਨ ਪਾਉਣ ਵਾਲੇ RPA 'ਚ ਰਿਪਰੈਜ਼ੈਂਟੇਟਿਵਸ ਆਫ ਪੀਪਲ ਐਕਟ 'ਚ ਕੁਝ ਵੀ ਨਹੀਂ ਲਿਖਿਆ ਹੋਇਆ। ਇਲੈਕਸ਼ਨ ਕਮਿਸ਼ਨ ਨੇ ਸਿਰਫ ਇਹ ਕਿਹਾ ਹੈ ਕਿ ਐਗਜ਼ਿਟ ਪੋਲ ਲਾਸਟ ਚਰਨ ਦੇ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਸ਼ੋਅ ਕੀਤੇ ਜਾ ਸਕਦੇ ਆ, ਓਪੀਨੀਅਨ ਪਾਉਣ ਵਾਲੇ ਕੋਈ ਵਿਚਾਰ ਨਹੀਂ। ਕਿਉਂ? ਓਪੀਨੀਅਨ ਪੋਲ ਤਾਂ ਜਦੋਂ ਇਲੈਕਸ਼ਨ ਹੋਣੇ ਹੁੰਦੇ ਆ, ਜਦੋਂ ਪਹਿਲੀ ਸਟੇਜ ਦੇ ਇਲੈਕਸ਼ਨ ਹੋਣੇ ਆ ਉਸ ਤੋਂ ਪਹਿਲਾਂ ਹੀ ਖਤਮ ਹੋ ਜਾਂਦਾ ਓਪੀਨੀਅਨ ਪੋਲ ਤਾਂ। ਬਟ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ
ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕੀਤੀ ਆ ਕਿ ਓਪੀਨੀਅਨ ਪੋਲ ਨੂੰ ਵੀ ਖਤਮ ਕਰਾਇਆ ਜਾਵੇ, ਕਿਉਂਕਿ ਜਿਹੜਾ ਓਪੀਨੀਅਨ ਪੋਲ ਆ ਨਾ, ਇਹ ਵੀ ਜਿਹੜੀ ਪਾਰਟੀ ਸੱਤਾ 'ਚ ਹੁੰਦੀ ਹੈ, ਜਿਹਦੇ ਕੋਲ ਜ਼ਿਆਦਾ ਪੈਸਾ ਹੁੰਦਾ ਹੈ, ਉਹ ਲੋਕਾਂ ਦਾ ਓਪੀਨੀਅਨ ਬਣਾਉਣ 'ਚ, ਉਹਨਾਂ ਦਾ ਵਿਚਾਰ ਬਣਾਉਣ 'ਚ, ਮੂਡ ਬਣਾਉਣ 'ਚ ਬਹੁਤ ਹੈਲਪ ਕਰਦੇ ਆ। ਇਹ ਕਈ ਪਾਰਟੀਆਂ ਦਾ ਆਰੋਪ ਹੈਗਾ ਹੈ। ਹੁਣ 2013 'ਚ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਜਾ ਕੇ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕੀਤੀ ਕਿ ਜਿਸ ਦਿਨ ਇਲੈਕਸ਼ਨਸ ਦੀ ਅਨਾਉਂਸਮੈਂਟ ਹੋ ਜਾਂਦੀ ਹੈ ਤੇ ਜਿਸ ਦਿਨ ਚੋਣ ਜ਼ਾਬਤਾ, ਜਿਹਨੂੰ ਆਪਾਂ ਮਾਡਲ ਕੋਡ ਆਫ ਕੰਡਕਟ ਕਹਿ ਦਿੰਦੇ ਆ, ਜਿਸ ਦਿਨ ਚੋਣ ਜ਼ਾਬਤਾ ਲੱਗ ਗਿਆ ਉਸ ਦਿਨ ਤੋਂ ਬਾਅਦ ਓਪੀਨੀਅਨ ਪੋਲ ਵੀ ਬੰਦ ਕਰ ਦਿਓ। ਉਸ ਤੋਂ ਪਹਿਲਾਂ ਜਿਹੜੇ ਮਰਜ਼ੀ ਓਪੀਨੀਅਨ ਪੋਲ ਦਿਖਾਓ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ। ਸਾਰੀਆਂ ਪੋਲੀਟੀਕਲ ਪਾਰਟੀਆਂ ਇਸ ਕਰਕੇ ਇਲੈਕਸ਼ਨ ਕਮਿਸ਼ਨ ਕੋ ਗਈਆਂ। ਬੀਜੇਪੀ ਨੇ ਵਿਰੋਧ ਕੀਤਾ ਸੀ ਇਹਦਾ। ਬੀਜੇਪੀ ਕਹਿੰਦੀ ਨਹੀਂ, ਐਵੇਂ ਨਹੀਂ ਹੋਣਾ ਚਾਹੀਦਾ। ਫਿਰ ਇਲੈਕਸ਼ਨ ਕਮਿਸ਼ਨ ਜਿਹੜਾ ਸੀਗਾ ਉਹ ਇਸ ਚੀਜ਼ ਨੂੰ ਹਜੇ ਕਾਨੂੰਨ ਬਣਾਉਣ ਤੋਂ ਰੁਕਿਆ ਹੋਇਆ ਹੈ। ਜਦੋਂ ਸਾਰੀਆਂ ਪੋਲੀਟੀਕਲ ਪਾਰਟੀਆਂ ਮੰਨ ਗਈਆਂ, ਫਿਰ ਇਹ ਲਾਅ ਮਿਨਿਸਟਰੀ ਇਹਦੇ ਤੇ ਇੱਕ ਕਾਨੂੰਨ ਬਣਾਊਗੀ। ਸਾਡੀ ਜਿਹੜੀ ਕਾਨੂੰਨ ਮੰਤਰਾਲਾ ਹੈ ਉਹ ਇਹਦੇ ਤੇ ਇੱਕ ਕਾਨੂੰਨ ਬਣਾਊਗਾ। ਜੋ ਵੀ ਉਸ ਕਾਨੂੰਨ 'ਚ ਹੋਊਗਾ, ਸ਼ਾਇਦ ਫਿਰ ਇਹ ਵੀ ਦੇਖਣ ਨੂੰ ਮਿਲੂਗਾ ਕਿ ਨੋਟੀਫਿਕੇਸ਼ਨ ਵਾਲੇ ਦਿਨ, ਜਿਸ ਦਿਨ ਚੋਣ ਜ਼ਾਬਤਾ ਲੱਗਦਾ ਹੈ, ਚੋਣਾਂ ਦਾ ਐਲਾਨ ਹੁੰਦਾ ਹੈ, ਉਸ ਦਿਨ ਤੋਂ ਬਾਅਦ ਓਪੀਨੀਅਨ ਪੋਲ ਵੀ ਨਹੀਂ ਆਉਣਗੇ, ਕਿਉਂਕਿ ਓਪੀਨੀਅਨ ਪੋਲ ਦਾ ਕੰਮ ਇਲੈਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੁੰਦਾ ਹੈ ਤੇ ਐਗਜ਼ਿਟ ਪੋਲ ਦਾ ਕੰਮ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਹੁੰਦਾ ਹੈ। ਬਟ ਹੁਣ ਓਪੀਨੀਅਨ ਪੋਲ ਦਾ ਕੀ ਸਟੇਟਸ ਆ? ਹੁਣ ਓਪੀਨੀਅਨ ਪੋਲ ਉਦੋਂ ਤੱਕ ਚੱਲਦੇ ਆ ਜਿਸ ਦਿਨ ਤੱਕ ਚੋਣ ਪ੍ਰਚਾਰ ਚੱਲਦਾ ਹੈ। ਮਤਲਬ ਸਾਫ਼, ਓਪੀਨੀਅਨ ਪੋਲ ਇਲੈਕਸ਼ਨ ਸ਼ੁਰੂ ਹੋਣ ਤੋਂ, ਇਲੈਕਸ਼ਨ ਹੋਣ ਤੋਂ 48 ਦਿਨ ਪਹਿਲਾਂ ਤੱਕ, 48 ਘੰਟੇ ਪਹਿਲਾਂ ਤੱਕ ਚੱਲਦੇ ਆ। ਠੀਕ ਆ, ਪਰ ਇਹ ਵੀ ਇੱਕ ਖਾਸ ਗੱਲ ਸੁਣ ਲਓ। ਜੇ ਸਪੋਜ਼ ਕਰੋ 4 ਜਾਂ 5 ਸਟੇਜਾਂ 'ਚ ਇਲੈਕਸ਼ਨ ਆ, ਸਟੇਜ 1, ਸਟੇਜ 2, ਸਟੇਜ 3, ਚੌਥਾ ਚਰਨ, 5ਵਾਂ ਚਰਨ, ਓਪੀਨੀਅਨ ਪੋਲ 48 ਘੰਟੇ ਪਹਿਲਾਂ ਹੀ ਖਤਮ ਹੋ ਜਾਂਦੇ ਆ ਪੂਰੇ ਦੇਸ਼ 'ਚ। ਪੂਰੇ ਦੇਸ਼ 'ਚ ਪਹਿਲੇ ਚਰਨ ਦੇ ਇਲੈਕਸ਼ਨ ਤੋਂ 48 ਘੰਟੇ ਪਹਿਲਾਂ। ਇਹ ਨਹੀਂਗਾ ਕਿ ਦੂਜੇ ਚਰਨ ਦਾ ਜਿਹੜਾ ਇਲੈਕਸ਼ਨ ਆ ਉਹਦੇ ਤੋਂ 48 ਘੰਟੇ ਪਹਿਲਾਂ। ਕਿਉਂ? ਟੀਵੀ ਤਾਂ ਸਾਰੇ ਦੇਸ਼ 'ਚ ਇੱਕੋ ਹੀ ਚੱਲਣਾ ਹੈ, ਖਬਰਾਂ ਵੀ ਸਾਰੇ ਦੇਸ਼ 'ਚ ਇੱਕੋ ਹੀ ਆ, ਨੈੱਟ ਵੀ ਸਾਰੇ ਦੇਸ਼ 'ਚ ਇੱਕੋ ਹੀ ਆ। ਇਸ ਕਰਕੇ ਓਪੀਨੀਅਨ ਪੋਲ ਪਹਿਲੀ ਸਟੇਜ ਦੇ ਇਲੈਕਸ਼ਨ ਤੋਂ 48 ਘੰਟੇ ਪਹਿਲਾਂ ਖਤਮ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਕੋਈ ਵੀ ਓਪੀਨੀਅਨ ਪੋਲ ਨਹੀਂ ਆ ਸਕਦਾ। ਤੇ ਐਗਜ਼ਿਟ ਪੋਲ ਸ਼ੁਰੂ ਹੁੰਦਾ ਲਾਸਟ ਸਟੇਜ ਦੇ ਇਲੈਕਸ਼ਨ ਖਤਮ ਹੋਣ ਤੋਂ ਜਸਟ ਬਾਅਦ। 5 ਵਜੇ ਇਲੈਕਸ਼ਨ ਖਤਮ ਆ ਤੇ ਪੂਰੀ ਪਰਮਿਸ਼ਨ ਹੁੰਦੀ ਹੈ ਕਿ 5:01 ਤੇ ਤੁਸੀਂ ਐਗਜ਼ਿਟ ਪੋਲ ਦਿਖਾ ਸਕਦੇ ਹੋ। ਇੱਕ ਇਹ ਵੀ ਗੱਲ ਆ, ਜੇ ਕਿਸੇ ਇਲਾਕੇ 'ਚ ਇਲੈਕਸ਼ਨ ਕਮਿਸ਼ਨ ਕਹਿ ਦੇ ਕਿ 6 ਵਜੇ ਤੱਕ ਵੋਟਾਂ ਪੈਣਗੀਆਂ, ਜਦੋਂ ਤੱਕ ਉਸ ਇੱਕ ਇਲਾਕੇ ਦੀਆਂ 6 ਵਜੇ ਤੱਕ ਵਾਲੀਆਂ ਵੋਟਾਂ ਨਹੀਂ ਭੁਗਤਦੀਆਂ, ਉਦੋਂ ਤੱਕ ਟੀਵੀ ਐਗਜ਼ਿਟ ਪੋਲ ਨਹੀਂ ਦਿਖਾ ਸਕਦਾ। ਸਿਰਫ ਇੱਕ ਹਲਕੇ 'ਚ ਹੀ ਵੋਟਾਂ ਪੈ ਰਹੀਆਂ ਹੁਣ, ਭਾਵੇਂ ਜਾਂ ਕਿਸੇ ਇੱਕ ਪਰਟੀਕੂਲਰ ਏਰੀਏ 'ਚ। ਤਾਂ ਇਹ ਐਗਜ਼ਿਟ ਪੋਲ ਤੇ ਓਪੀਨੀਅਨ ਪੋਲ 'ਚ ਫਰਕ ਸੀਗਾ। ਮੇਰੀ ਸਿਰਫ ਇਹੀ ਕੋਸ਼ਿਸ਼ ਸੀ ਇਸ ਵੀਡੀਓ ਦੇ ਥਰੂ ਕਿ ਤੁਹਾਨੂੰ ਇਹ ਨਾ ਪਤਾ ਹੋਵੇ ਕਿ ਬੇਸ਼ੱਕ ਕਿ ਆਉਣ ਵਾਲੇ ਨਤੀਜੇ ਸਹੀ ਹੋਣਗੇ ਜਾਂ ਗਲਤ ਹੋਣਗੇ, ਬਟ ਤੁਹਾਨੂੰ ਐਗਜ਼ਿਟ ਪੋਲਸ ਤੇ ਓਪੀਨੀਅਨ ਪੋਲਸ ਦਾ ਇਤਿਹਾਸ ਪਤਾ ਹੋਵੇ। ਠੀਕ ਆ, ਜੋ ਇਹ ਪੋਲਸ ਤੁਹਾਨੂੰ ਅੱਜ ਸਾਹਮਣੇ ਦਿਸ ਰਹੇ ਆ, ਠੀਕ ਆ ਨਾ, ਇਹ ਜਿਹੜੇ ਪੋਲਸ ਅੱਜ ਆਪਾਂ ਨੂੰ ਸਾਹਮਣੇ ਦਿਸ ਰਹੇ ਆ, ਇਹ ਕਿੰਨੇ ਕੁ ਸੱਚੇ ਆ ਜਾਂ ਕਿੰਨੇ ਕੁ ਝੂਠੇ ਆ, ਇਹਦਾ ਕਿਹੜਾ ਕੋਈ ਬਹੁਤਾ ਚਿਰ ਲੇਟ ਪਤਾ ਲੱਗਣਾ ਹੈ। 10 ਤਰੀਕ ਨੂੰ ਨਤੀਜੇ ਆ ਹੀ ਜਾਣੇ ਆ। ਇਹਨਾਂ ਦੀ ਸੱਚਾਈ ਤਾਂ ਸਾਨੂੰ ਪਤਾ ਲੱਗ ਹੀ ਜਾਊਗੀ, ਬਟ ਘੱਟੋ ਘੱਟ ਸਾਨੂੰ ਇਹਨਾਂ ਐਗਜ਼ਿਟ ਪੋਲ, ਓਪੀਨੀਅਨ ਪੋਲ ਦੇ ਵਿੱਚ ਫਰਕ ਤਾਂ ਪਤਾ ਹੋਵੇ, ਕਾਨੂੰਨ ਕੀ ਕਹਿੰਦਾ ਹੈ ਇਹ ਤਾਂ ਪਤਾ ਹੋਵੇ, ਇਹਨਾਂ ਦਾ ਇਤਿਹਾਸ ਕੀ ਰਿਹਾ ਹੈ ਸਾਨੂੰ ਇਹ ਵੀ ਪਤਾ ਹੋਵੇ। ਠੀਕ ਆ, ਸੋ ਉਮੀਦ ਕਰਦਾ ਕਿ ਤੁਹਾਨੂੰ ਅੱਜ ਵਾਲੀ ਇਹ ਵੀਡੀਓ ਵਧੀਆ ਲੱਗੀ ਹੋਊਗੀ। ਜੇ ਵਧੀਆ ਲੱਗੀ ਆ ਤਾਂ ਤੁਸੀਂ ਇਹਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰੋ, ਤਾਂ ਜੋ ਬਾਕੀ ਜਿਹੜੀ ਵੀ ਪੋਲੀਟੀਕਲ ਪਾਰਟੀ ਸੱਤਾ 'ਚ ਆਊਗੀ, ਠੀਕ ਆ ਜੀ, ਉਹਨੂੰ ਐਡਵਾਂਸ 'ਚ ਵਧਾਈ। ਤੇ ਬਸ ਉਹਨਾਂ ਨੂੰ ਇੱਕ ਬੇਨਤੀ ਆ ਕਿ ਇਸ ਤਰੀਕੇ ਨਾਲ 5 ਸਾਲ ਕੱਟਿਓ ਕਿ ਅਸੀਂ ਅਗਲੀ ਵਾਰ ਆਪ ਕਹੀਏ ਕਿ ਅਸੀਂ ਤੁਹਾਨੂੰ ਫੇਰ ਚੁਣਾਂਗੇ। ਪਾਰਟੀ ਜਿਹੜੀ ਮਰਜ਼ੀ ਆਵੇ, ਲੋਕ ਜਿਹੜੇ ਆ ਤੁਹਾਡੇ ਨਾਲ ਦਿਲੋਂ ਜੁੜ ਜਾਣਗੇ ਜੇ ਤੁਸੀਂ ਇੱਕ ਵਾਰ ਕੰਮ ਕਰਕੇ ਦਿਖਾਓਗੇ। ਠੀਕ ਆ, ਬਾਕੀ ਦੇਖੋ ਜਿਹੜੇ ਸੱਤਾ 'ਚ ਆਉਣ ਵਾਲੇ ਆ ਜਾਂ ਜਿਹੜੇ ਆਏ ਹੋਏ ਸੀ, ਜੇ ਉਹੀ ਰਿਪੀਟ ਕਰਦੇ ਆ, ਉਹ ਸਾਰੇ ਆਪਣੇ ਤੋਂ ਕਿਤੇ ਵੱਧ ਸਿਆਣੇ ਆ। ਠੀਕ ਆ, ਤਾਂ ਹੀ ਅਸੀਂ ਉਹਨਾਂ ਨੂੰ ਆਪਣੇ ਨੁਮਾਇੰਦੇ ਬਣਨ ਵਾਸਤੇ ਚੁਣ ਰਹੇ ਆ। ਇਸ ਕਰਕੇ ਉਹਨਾਂ ਨੂੰ ਤਾਂ ਅਸੀਂ ਕੀ ਮਤ ਦੇਵਾਂਗੇ, ਬਟ ਉਹਨਾਂ ਨੂੰ ਆਉਣ ਵਾਲੀ ਸੱਤਾ ਵਾਲੀ ਪਾਰਟੀ ਨੂੰ ਵੀ ਬੈਸਟ ਆਫ ਲੱਕ। ਜਿਹੜੇ ਨਹੀਂ ਆ ਸਕੇ ਉਹਨਾਂ ਨੂੰ ਅਸੀਂ ਇਹੀ ਕਵਾਂਗੇ ਕਿ ਤੁਸੀਂ ਵਿਰੋਧੀ ਦਲ ਦੇ ਤੌਰ ਤੇ ਮੁੱਦਿਆਂ ਨੂੰ ਇਸ ਤਰੀਕੇ ਨਾਲ ਚੱਕਿਓ ਕਿ ਅਗਲੀ ਵਾਰ ਇਹ ਅਹਿਸਾਸ ਕਰਾਓ ਕਿ ਯਾਰ ਇਹ ਜਿਹੜੇ ਵਿਰੋਧੀ ਦਲ ਹੋ ਕੇ ਏਡੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਆ, ਜੇ ਇਹਨਾਂ ਨੂੰ ਇੱਕ ਵਾਰ ਸੱਤਾ 'ਚ ਆਉਣ ਦਾ ਮੌਕਾ ਦਿੱਤਾ ਜਾਵੇ ਤਾਂ ਇਹ ਕਿੰਨਾ ਵਧੀਆ ਕਰਕੇ ਦਿਖਾਉਣਗੇ। ਸੋ ਅੱਜ ਵਾਸਤੇ ਇੰਨਾ ਹੀ ਬਹੁਤ ਆ ਜੀ, ਧੰਨਵਾਦ।